20 ਲੱਖ ਦੀ ਪਾਪੂਲੇਸ਼ਨ ਨੂੰ ਸਿਰਫ ਇੱਕ ਸਰਕਾਰੀ ਕਾਲਜ, ਕੋਈ ਵੀ ਸਰਕਾਰੀ ਪ੍ਰੋਫੈਸਰ ਟੀਚਰ ਹੈ ਜਿਹੜਾ ਲੈਕਚਰਰ ਹੈ ਉਹ ਕੰਮ ਨਹੀਂ ਕਰ ਰਿਹਾ ਸੀ। ਆਪਣੇ ਰੋਟੀਆਂ ਸੇਕਣ ਲਈ ਕੋਈ ਕਹਿੰਦਾ ਮੈਂ 1000 ਰੁਪਇਆ ਲੜਕੀਆਂ ਨੂੰ ਦੇ ਰਿਹਾ, ਦੂਜਾ ਕਹਿੰਦਾ ਮੈਂ 2 ਦੇ ਦੂੰਗਾ, ਇੱਕ ਨਵਾਂ ਕੋਈ ਹੋਰ ਆਇਆ ਕਹਿੰਦਾ ਜੀ ਇਹਨੂੰ ਸਮਾਰਟਫੋਨ ਮਿਲਿਆ ਮੈਂ ਉਹਨੂੰ ਸਕੂਟਰੀ ਦੇਵਾਂਗਾ। ਹੁਣ ਸਮਝ ਨਹੀਂ ਲੱਗਦੀ ਸਮਾਰਟਫੋਨ ਕਿਹਨੂੰ ਮਿਲਿਆ ਤੇ ਸਕੂਟਰੀ ਕਿਹਨੂੰ ਦੇਊਗਾ। ਸੋ ਇੱਦਾਂ ਦੀਆਂ ਇਹ ਜਿਹੜੀਆਂ ਨੀਚ ਹਰਕਤਾਂ, ਘਟੀਆ ਹਰਕਤਾਂ ਕਰਦੇ ਨੇ, ਇਹਨਾਂ ਤੋਂ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। 80ਵੇਂ ਦਹਾਕਿਆਂ 'ਚ ਚਾਹੇ ਉਹ ਅੱਤਵਾਦ ਕਰਕੇ ਹੋਇਆ ਜਾਂ ਪੁਲਿਸ ਦੀਆਂ ਜ਼ਿਆਦਤੀਆਂ ਕਰਕੇ ਹੋਇਆ। ਅਜੀਤ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਇਕਬਾਲ ਸਿੰਘ ਖਾਲਸਾ। ਅਜੀਤ ਵੈਬ ਟੀਵੀ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਜੋ ਉਮੀਦਵਾਰਾਂ ਦਾ ਜੋ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਉਸ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਹਲਕਾ ਸ਼ਤਰਾਣਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਕੋਲ। ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦੀ ਵਿਦਿਅਕ ਯੋਗਤਾ ਬਾਰੇ, ਉਹਨਾਂ ਦਾ ਰਾਜਨੀਤੀ 'ਚ ਆਉਣ ਦਾ ਕੀ ਉਦੇਸ਼ ਹੈ, ਵੱਖ-ਵੱਖ ਮੁੱਦਿਆਂ 'ਤੇ ਜਿਹੜੀ ਗੱਲ ਕਰਾਂਗੇ। ਸੋ ਘੱਗਾ ਸਾਹਿਬ, ਤੁਹਾਡਾ ਅਜੀਤ ਵੈਬ ਟੀਵੀ 'ਤੇ ਸਵਾਗਤ ਹੈ ਜੀ। ਤੁਹਾਡਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਜੀ। ਮੈਂ ਅਜੀਤ ਵੈਬ ਟੀਵੀ ਅਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਤੁਹਾਡੀ ਵਿਦਿਅਕ ਯੋਗਤਾ ਕੀ ਹੈ ਅਤੇ ਤੁਸੀਂ ਜਿਹੜੇ ਰਾਜਨੀਤੀ ਵਿੱਚ ਕਿਸ ਉਦੇਸ਼ ਨੂੰ ਲੈ ਕੇ ਜਿਹੜਾ ਆਏ ਹੋ? ਜੀ, ਮੈਂ ਲਾਅ ਗ੍ਰੈਜੂਏਟ ਹਾਂ ਅਤੇ ਕੇਂਦਰ ਸਰਕਾਰ ਦੀ 30 ਸਾਲ ਦੀ ਮੈਂ ਸਰਕਾਰੀ ਨੌਕਰੀ ਕੀਤੀ ਹੈ ਅਤੇ UPSC ਦੀ ਜਿਹੜੀ ਇੰਡੀਅਨ ਸਿਵਲ ਸਰਵਿਸ ਦੀ ਜਿਹੜੀ ਇਮਤਿਹਾਨ ਹੈ ਉਹ ਪਾਸ ਕਰਕੇ ਮੈਂ ਇੰਡੀਅਨ ਰੈਵਨਿਊ ਸਰਵਿਸ ਜੁਆਇਨ ਕੀਤੀ ਹੈ ਅਤੇ ਵੱਖ-ਵੱਖ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੁੰਬਈ, ਦਿੱਲੀ, ਅਹਿਮਦਾਬਾਦ, ਚੰਡੀਗੜ੍ਹ, ਪੰਚਕੂਲਾ ਅਤੇ ਸ਼੍ਰੀਨਗਰ ਤੱਕ, ਜੰਮੂ ਵੀ ਮੈਂ ਨੌਕਰੀ ਕੀਤੀ ਹੈ। ਰਾਜਨੀਤੀ 'ਚ ਆਉਣ ਦਾ ਇਹ ਸੀਗਾ ਵੀ ਪਹਿਲੇ ਤਾਂ ਕੋਈ ਵਿਚਾਰ ਨਹੀਂ ਸੀਗਾ, ਪਰ ਜਦੋਂ ਕਿਸਾਨ ਐਜੀਟੇਸ਼ਨ ਚੱਲੀ ਅਤੇ ਉੱਥੇ ਜਦੋਂ ਅਸੀਂ IAS ਅਫਸਰਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਨਾਲ ਉਸ ਜਿਹੜਾ ਡੈਲੀਗੇਸ਼ਨ ਸੀ ਉਹਦੇ ਵਿੱਚ ਮੈਂ ਵੀ ਸੀਗਾ। ਕਰੀਬਨ ਅਸੀਂ ਉਸ ਵੇਲੇ ਕੋਈ 2 ਬੱਸਾਂ ਭਰ ਕੇ ਜਿਹੜੀਆਂ ਚੰਡੀਗੜ੍ਹ ਤੋਂ ਗਈਆਂ ਸੀ, ਅਸੀਂ ਬੁੱਕਸ ਵਗੈਰਾ ਲੈ ਕੇ ਗਏ ਸੀਗੇ ਅਤੇ ਉਸ ਵੇਲੇ ਸੋਚਿਆ ਵੀ ਜਿਹੜੇ ਕਾਨੂੰਨ ਨੇ ਇਹ ਜਿਹੜੇ ਵੀ ਬਣਾ ਰਹੇ ਨੇ, ਜਿਹੜੇ ਉੱਥੇ ਨੁਮਾਇੰਦੇ ਬੈਠੇ ਨੇ, ਉਹ ਪ੍ਰੋਪਰ ਹੈ। ਜਾਂ ਤਾਂ ਉਹ ਪੜ੍ਹਦੇ ਨਹੀਂ ਜਾਂ ਉਹ ਇੰਨੇ ਅੰਡਰ ਪ੍ਰੈਸ਼ਰ ਨੇ ਬਈ ਉਹ ਜਿਹੜੇ ਕਾਨੂੰਨ ਬਣਾਉਂਦੇ ਨੇ ਉਹ ਅੱਧ ਪੱਕੇ ਕੱਚੇ ਨੇ। ਅਤੇ ਇਹ ਲੱਗਿਆ ਵੀ ਅਸੀਂ ਜਿਹੜਾ ਫੀਲਡ ਹੈਗਾ ਪੋਲੀਟਿਕਸ ਦਾ ਉਹ ਅਸੀਂ ਖਾਲੀ ਛੱਡ ਦਿੱਤਾ ਹੈਗਾ। ਜਿਹੜੇ ਘੱਟ ਪੜ੍ਹੇ ਲਿਖੇ ਨੇ ਜਾਂ ਜਿਨ੍ਹਾਂ ਦੀ ਜਿਹੜਾ ਗੁੰਡਾ ਅਨਸਰ ਹੈਗਾ ਉਹ ਰਾਜਨੀਤੀ ਵਿੱਚ ਆ ਰਿਹਾ। ਅਤੇ ਇਸ ਨੂੰ ਦੇਖ ਕੇ ਦੂਸਰਾ ਇੱਕ ਇਹ ਵੀ ਆਪਾਂ ਸਾਰੇ ਬਾਹਰ ਬੈਠੇ ਤਾਂ ਕੰਡੈਮ ਕਰਦੇ ਰਹਿੰਦੇ ਹਾਂ ਬਈ ਇਹ ਜਿਹੜੀ ਰਾਜਨੀਤੀ ਹੈ ਇਹ ਗੰਦਾ ਹੈ, ਇਹ ਮਤਲਬ ਛੱਪੜ ਹੈ, ਚਿੱਕੜ ਦਾ ਛੱਪੜ ਹੈ। ਪਰ ਗੱਲ ਇਹ ਹੈ ਵੀ ਇਹਨੂੰ ਸਾਫ਼ ਕੌਣ ਕਰੇਗਾ? ਅਤੇ ਜੇ ਇਹਨੂੰ ਤੁਸੀਂ ਸਾਫ਼ ਕਰਨ ਦਾ ਬੀੜਾ ਆਪ ਹੀ ਸਾਨੂੰ ਚੁੱਕਣਾ ਪੈਣਾ, ਨਹੀਂ ਤਾਂ ਅਸੀਂ ਬਾਹਰ ਤਾਂ ਕਮੈਂਟ ਹੀ ਪਾਸ ਕਰਦੇ ਰਹਿੰਦੇ ਹਾਂ, ਫੇਸਬੁੱਕ 'ਤੇ ਆਪਣਾ WhatsApp 'ਤੇ ਮੈਸੇਜ ਭੇਜਦੇ ਰਹਿੰਦੇ ਹਾਂ ਇਹ ਕੁਆਲੀਫਾਈਡ ਨਹੀਂ ਬੰਦਾ। ਅਤੇ ਪਹਿਲੀ ਵਾਰੀ ਇਹ ਸੋਚ ਕੇ ਮੈਂ ਸਿਆਸਤ 'ਚ ਕੁੱਦਿਆ ਬਈ ਆਪਾਂ ਇੱਕ ਪੜ੍ਹੇ ਲਿਖੇ ਦੇ ਤੌਰ 'ਤੇ ਲੋਕਲ ਕੈਂਡੀਡੇਟ ਹੋਣ ਦੇ, ਅਤੇ ਬਾਕੀ ਅਸੀਂ ਸਮਾਜ ਸੇਵਾ, ਜਿਵੇਂ ਅਸੀਂ ਅੱਖਾਂ ਦਾ ਕੈਂਪ ਸਾਂਝ ਫਾਊਂਡੇਸ਼ਨ ਨਾਲ ਲੱਗ ਕੇ ਅਸੀਂ ਜਿਹੜੇ ਕੈਂਪ ਲਗਾਉਂਦੇ ਹਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਦਾ ਅਸੀਂ ਕਾਰਜ ਕਰ ਰਹੇ ਹਾਂ। ਅਸੀਂ ਸੋਚਿਆ ਵੀ ਅਸੀਂ ਸੱਚਾ ਸੁੱਚਾ ਜਿਹੜਾ ਕੰਮ ਹੈ ਉਹ ਕਰ ਰਹੇ ਹਾਂ ਅਤੇ ਇਸੇ ਸੱਚੇ ਸੁੱਚੇ ਕੰਮ ਨੂੰ ਰਾਜਨੀਤੀ ਖੇਤਰ 'ਚ ਆ ਕੇ ਅਸੀਂ ਪੂਰੇ ਹਲਕੇ 'ਚ ਵਧਾਉਣਾ ਚਾਹੁੰਦੇ ਹਾਂ। ਘੱਗਾ ਜੀ, ਤੁਸੀਂ ਪਿਛਲੇ ਕਾਫੀ ਸਮੇਂ ਤੋਂ ਦੇਖਿਆ, ਤੁਸੀਂ ਹਲਕੇ 'ਚ ਵਿਚਰ ਰਹੇ ਹੋ ਅਤੇ ਆਪਣੀ ਕੰਪੇਨਿੰਗ ਨੂੰ ਲੈ ਕੇ ਤੁਸੀਂ ਜਿਹੜਾ ਹਲਕੇ 'ਚ ਵਿਚਰੇ ਹੋ, ਕੀ ਸਮੱਸਿਆਵਾਂ ਨੇ ਜਿਹੜੀਆਂ ਆਪਣੇ ਹਲਕੇ 'ਚ ਤੁਹਾਡੇ ਸਾਹਮਣੇ ਲੱਗੀਆਂ ਤੁਹਾਨੂੰ ਵੀ ਆਹ ਸਮੱਸਿਆਵਾਂ ਨੇ, ਅਤੇ ਉਹਨਾਂ ਦੇ ਹੱਲ ਲਈ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਿਸ ਤਰ੍ਹਾਂ ਉਹ ਹੱਲ ਕਰਵਾਓਗੇ? ਜੀ, ਸਮੱਸਿਆ ਦਾ ਇੱਦਾਂ ਕਹਿ ਲਓ ਵੀ ਜਿਹੜਾ ਸਾਡਾ ਇਹ ਹਲਕਾ ਹੈਗਾ ਇਹ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ। ਇੰਨੀਆਂ ਜ਼ਿਆਦਾ ਸਮੱਸਿਆਵਾਂ ਨੇ, ਜੇ ਗਿਣਨ ਲੱਗੋ ਮੈਨੂੰ ਲੱਗਦਾ ਵੀ ਘੱਟੋ ਘੱਟ ਮੈਨੂੰ 2 ਘੰਟੇ ਇਹਨੂੰ ਇੱਕ ਮਤਲਬ ਇਹਨਾਂ 'ਤੇ ਮੈਂ ਬੋਲ ਸਕਦਾ, ਪਰ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਸਭ ਤੋਂ ਪਹਿਲਾਂ ਇੱਥੇ ਜਿਹੜਾ ਮੇਨ ਹੈਗਾ ਉਹ ਹੈ ਸਿੱਖਿਆ, ਦੂਸਰਾ ਸਿਹਤ ਹੈ, ਘੱਗਰ ਦੀ ਸਮੱਸਿਆ ਹੈਗੀ ਹੈ। ਇਹ ਮੈਂ ਪਹਿਲਾਂ ਇਹਨਾਂ ਤਿੰਨਾਂ 'ਤੇ ਤੁਹਾਡੇ ਨਾਲ ਗੱਲ ਕਰਦਾ। ਸਿੱਖਿਆ ਦੇਖੋ, ਸਾਡੇ ਇੱਥੇ ਤੁਸੀਂ
ਪਹਿਲਾਂ ਸਕੂਲ ਸਿੱਖਿਆ ਦੀ ਗੱਲ ਕਰੋ ਵੀ ਆਪਾਂ ਰੇਤਗੜ੍ਹ ਤੋਂ ਸ਼ੁਰੂ ਹੋ ਜਾਈਏ ਅਰਨੇਟੂ ਤੱਕ, ਇੱਧਰੋਂ ਕਲਾਰਾਂ ਤੋਂ ਲੈ ਕੇ ਫਿਰ ਤੁਸੀਂ ਅਰਨੋ ਤੇ ਬਹਿਰਜਸ ਤੱਕ ਚਲੇ ਜਾਓ। ਇੱਕ ਸਾਡੇ ਕੋਲ ਸਿਰਫ 65 ਬੱਚਿਆਂ ਲਈ ਸਿਰਫ ਨੌਨ ਮੈਡੀਕਲ ਦੀ ਪੜ੍ਹਾਈ ਹੈਗੀ ਹੈ, ਸਿਰਫ 65 ਬੱਚਿਆਂ ਲਈ, ਉਹ ਵੀ ਸਿਰਫ ਇੱਕ ਹੀ ਸਰਕਾਰੀ ਸਕੂਲ ਹੈ ਚਨਗਰਾ। ਸਾਡੇ ਇੱਥੇ ਕੋਈ ਟੈਕਨੀਕਲ ਸਕੂਲ ਨਹੀਂ ਹੈਗਾ ਜਿੱਥੇ ਸਾਡੇ ਬੱਚੇ ਨੇ ਮੈਡੀਕਲ ਨੌਨ ਮੈਡੀਕਲ ਪੜ੍ਹ ਸਕਣ। ਕੋਈ ਉਹ ਦੰਦਾਂ ਦੇ ਡਾਕਟਰ, ਕੋਈ ਦੂਜੇ ਡਾਕਟਰ ਨੇ ਜਿਹੜੇ MBBS, ਉਹਦੀ ਕੋਈ ਪੜ੍ਹਾਈ ਦੀ ਕੋਈ ਇੱਥੇ ਸੁਵਿਧਾ ਨਹੀਂ ਹੈਗੀ, ਜਿਹਦੇ ਕਰਕੇ ਸਾਡੇ ਜਿਹੜੇ ਬੱਚੇ ਨੇ ਗਰੀਬ ਪਰ ਉਹਨਾਂ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੈ। ਉਹ ਉਹਨਾਂ ਨੂੰ ਕਿਉਂਕਿ ਮਾਂ-ਬਾਪ ਨੇ ਉਹਨਾਂ ਨੂੰ ਪੜ੍ਹਾ ਨਹੀਂ ਸਕਦੇ। ਕੱਲ੍ਹ ਮੈਂ ਪਰਸੋਂ ਇੱਕ ਬਣ ਵਾਲੇ ਕਿਸੇ ਲੜਕੇ ਕੋਲ ਗਿਆ, ਬਣ ਵਾਲੇ ਦਾ ਸੀਗਾ, ਉਹ ਕਹਿੰਦਾ ਮੈਨੂੰ ਜੀ JNU 'ਚ ਐਡਮਿਸ਼ਨ ਹੋ ਗਈ ਸੀ ਪਰ ਮੇਰੀ ਮਾਂ ਦੀ ਲੱਤ ਟੁੱਟ ਗਈ, ਮੈਂ ਉਹ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਮੈਨੂੰ ਬੜਾ ਅਫਸੋਸ ਹੋਇਆ ਵੀ ਇਸ ਬੱਚੇ ਨੂੰ ਦੇਖੋ ਕਿੰਨਾ ਇਹਨੂੰ ਗਿਆਨ ਹੈਗਾ, ਅਤੇ ਸਾਨੂੰ ਤਾਂ ਮੈਂ ਅੱਜ ਵੀ ਮੈਨੂੰ ਮਤਲਬ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਹੈਗਾ ਵੀ JNU 'ਚ ਐਡਮਿਸ਼ਨ ਕਿਵੇਂ ਹੁੰਦੀ ਹੈ। ਉਹ ਬੱਚਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਮਤਲਬ ਉਹਦੇ 'ਚ ਉਹਦੇ ਜਿਹੜੇ ਗਿਆਨ ਹੈ ਜਾਂ ਉਹਨੂੰ ਐਜੂਕੇਸ਼ਨ ਉਹਦੀ ਕਿੰਨੀ ਵਧੀਆ ਸੀ। ਅਤੇ ਉਹਨੂੰ ਹੁਣ ਅਸੀਂ ਕਹਿ ਕੇ ਆਏ ਹਾਂ ਵੀ ਹੁਣ ਤੂੰ ਛੱਡ, ਇਹ ਅੱਛੇ ਲਈ ਹੋਇਆ, ਤੂੰ ਸਾਡੇ ਨਾਲ ਜੋੜ, ਤੂੰ ਤਾਂ IAS ਦਾ ਮਟੀਰੀਅਲ ਹੈ, ਮਤਲਬ ਜਿਹੜੇ ਨੂੰ ਇੰਨੀ ਜ਼ਿਆਦਾ ਨੌਲੇਜ ਹੈਗੀ ਆ। ਦੂਸਰਾ ਇਹ ਸਕੂਲ ਦੀ ਗੱਲ ਸੀ। ਦੂਸਰਾ ਤੁਸੀਂ ਲਾਓ ਕਾਲਜ ਐਜੂਕੇਸ਼ਨ ਦੀ। ਸਾਡੇ ਕੋਲ 5 ਤਹਿਸੀਲਾਂ ਨੇ, ਯਾਨੀ ਕਿ ਮੈਨੂੰ ਐਂ ਲੱਗਦਾ ਵੀ ਘੱਟੋ ਘੱਟ 15 ਤੋਂ 20 ਲੱਖ ਦੀ ਜਿਹੜੀ ਪਾਪੂਲੇਸ਼ਨ ਹੈ ਉਹਨਾਂ ਲਈ ਇੱਕ ਸਰਕਾਰੀ ਕਾਲਜ ਹੈ, ਉਹ ਹੈ ਕਿਰਤੀ ਕਾਲਜ ਨਿਆਲ। ਤਾਂ ਇਹ ਮੈਂ ਕਈ ਵਾਰੀ ਕਹਿਣਗੇ ਵੀ 5 ਤਹਿਸੀਲਾਂ ਕਿੱਥੋਂ ਆ ਗਈਆਂ। ਪਹਿਲਾਂ ਸਮਾਣਾ ਤਹਿਸੀਲ ਦੇ ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਨੇ, ਪਾਤੜਾਂ ਦੇ ਪੜ੍ਹਦੇ ਨੇ, ਦਿੜਬਾ ਸਬ ਤਹਿਸੀਲ ਦੇ ਬੱਚੇ ਪੜ੍ਹਦੇ ਨੇ, ਲਹਿਰਾ ਸਬ ਤਹਿਸੀਲ ਦੇ ਬੱਚੇ ਪੜ੍ਹਦੇ ਨੇ, ਫਿਰ ਆਪਣਾ ਮੂਣਕ ਦੇ ਪੜ੍ਹਦੇ ਨੇ, ਦੈਨ ਹਰਿਆਣੇ ਦੇ ਜਿਹੜੇ ਬਾਰਡਰ ਲੱਗਦੇ ਨੇ ਏਰੀਆ, ਕੈਥਲ ਦਾ ਏਰੀਆ ਹੈਗਾ, ਉਹ ਬੱਚੇ ਸ਼ੇਰਗੜ੍ਹ ਤੋਂ ਅੱਗੇ ਉਹ ਵੀ ਇੱਥੇ ਆ ਕੇ ਪੜ੍ਹਦੇ ਨੇ। ਤੁਸੀਂ ਇਹ ਲਾਓ ਵੀ ਜਿਹੜਾ ਕਰੀਬਨ 20 ਲੱਖ ਦੀ ਪਾਪੂਲੇਸ਼ਨ ਨੂੰ ਸਿਰਫ ਇੱਕ ਸਰਕਾਰੀ ਕਾਲਜ, ਅਤੇ ਉਸ ਤੋਂ ਵੱਡੀ ਜਿਹੜੀ ਮਤਲਬ ਟ੍ਰੈਜਡੀ ਇਹ ਹੈ ਬਈ ਉੱਥੇ ਪਿਛਲੇ ਦਿਨਾਂ ਤੱਕ ਕੋਈ ਵੀ ਸਰਕਾਰੀ ਪ੍ਰੋਫੈਸਰ ਟੀਚਰ ਹੈ, ਜਿਹੜਾ ਲੈਕਚਰਰ ਹੈ, ਉਹ ਕੰਮ ਨਹੀਂ ਕਰ ਰਿਹਾ ਸੀ। ਸਾਰੇ 21 PhD ਕਰੇ ਹੋਏ ਇੱਕ ਬੰਦੇ ਨੇ ਨੈੱਟ ਪਾਸ ਹੈ, ਉਹ 21,000 ਰੁਪਈਆ ਦੇ ਰਿਹਾ। ਸਰਕਾਰ ਹੈ 10,000 ਰੁਪਏ ਦੇ ਰਹੀ ਹੈ ਅਤੇ 11,000 ਰੁਪਏ PTA ਫੰਡ 'ਚੋਂ ਦੇ ਰਹੇ ਨੇ। ਮੈਨੂੰ ਇਸ ਕਰਕੇ ਇਹਨਾਂ ਗੱਲਾਂ ਦਾ ਜ਼ਿਆਦਾ ਪਤਾ ਹੈ ਕਿਉਂਕਿ ਮੈਂ ਇਸ ਨਾਲ ਜੁੜਿਆ ਹੋਇਆ, ਐਜੂਕੇਸ਼ਨ ਨਾਲ, ਬੱਚਿਆਂ ਨਾਲ ਵੀ, ਟੀਚਰਸ ਨਾਲ ਵੀ, ਸਾਰਿਆਂ ਨਾਲ ਗੱਲਬਾਤ ਕਰਦਾ ਰਹਿਣਾ। ਇਹ ਬਹੁਤ ਵੱਡੀ ਸਮੱਸਿਆ ਹੈਗੀ ਹੈ ਕਿਉਂਕਿ ਦੇਖੋ ਜੇ ਮੈਂ ਨਾ ਪੜ੍ਹਦਾ ਤਾਂ ਮੈਂ ਇਸ ਮਤਲਬ ਜਿਹੜੇ ਅਸੀਂ ਕੁਰਸੀ 'ਤੇ ਪਹੁੰਚੇ ਹਾਂ ਜਾਂ ਅਸੀਂ ਇਸ ਦੇਸ਼ ਦੀ ਸੇਵਾ ਕੀਤੀ ਹੈ, ਉਹ ਕਿੱਥੇ ਮੈਂ ਕਰ ਸਕਦਾ ਸੀ। ਅਤੇ ਐਜੂਕੇਸ਼ਨ ਹੈ, ਇਹ ਸਾਰੀਆਂ ਜਿਹੜੀਆਂ ਸਾਡੀਆਂ ਬਿਮਾਰੀਆਂ ਨੇ ਉਹਦਾ ਹੱਲ ਹੈ, ਇਸੇ ਦਾ ਲਾਭ ਹੈ। ਉਹ ਜਿਹੜੇ ਲੋਟੂ ਟੋਲਾ ਹੈਗਾ, ਚਾਹੇ ਉਹ ਬਾਦਲਾਂ ਦਾ ਹੋਵੇ, ਚਾਹੇ ਉਹ ਕਾਂਗਰਸੀਆਂ ਦਾ ਹੋਵੇ, ਚਾਹੇ ਇਹ ਨਵਾਂ ਇੱਕ ਲੁਟੇਰਾ ਜਿਹੜਾ ਸਾਡਾ ਇੱਥੇ ਕਬਜ਼ਾ ਕਰਨਾ ਚਾਹੁੰਦਾ ਹੈਗਾ, ਇਹ ਸਾਡੇ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਨੌਕਰੀ ਦਿਵਾਵਾਂਗੇ, ਅਸੀਂ ਐਜੂਕੇਸ਼ਨ ਦੇ ਵਿੱਚ ਕੀ ਕਰਾਂਗੇ। ਉਹ ਸਿਰਫ ਆਪਣੇ ਰੋਟੀਆਂ ਸੇਕਣ ਲਈ, ਕੋਈ ਕਹਿੰਦਾ ਮੈਂ 1,000 ਰੁਪਇਆ ਲੜਕੀਆਂ ਨੂੰ ਦੇ ਰਿਹਾ, ਦੂਜਾ ਕਹਿੰਦਾ ਮੈਂ 2 ਦੇ ਦੂੰਗਾ, ਇੱਕ ਨਵਾਂ ਕੋਈ ਹੋਰ ਆਇਆ ਕਹਿੰਦਾ ਜੀ ਇਹਨੂੰ ਸਮਾਰਟਫੋਨ ਮਿਲਿਆ ਮੈਂ ਉਹਨੂੰ ਸਕੂਟਰੀ ਦੇਵਾਂਗਾ। ਹੁਣ ਸਮਝ ਨਹੀਂ ਲੱਗਦੀ ਸਮਾਰਟਫੋਨ ਕਿਹਨੂੰ ਮਿਲਿਆ ਅਤੇ ਸਕੂਟਰੀ ਕਿਹਨੂੰ ਦੇਊਗਾ। ਸੋ ਇੱਦਾਂ ਦੀਆਂ ਇਹ ਜਿਹੜੀਆਂ ਨੀਚ ਹਰਕਤਾਂ, ਘਟੀਆ ਹਰਕਤਾਂ ਕਰਦੇ ਨੇ, ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਪੰਜਾਬ ਦਾ ਪੁਨਰ ਨਿਰਮਾਣ 'ਚ ਇਹਨਾਂ ਨੂੰ ਹੱਥ ਪਾਉਣਾ ਚਾਹੀਦਾ ਹੈ। ਜਿਹੜਾ ਵੀ ਸਾਡਾ ਨੁਕਸਾਨ ਹੋਇਆ 80ਵੇਂ ਦਹਾਕਿਆਂ 'ਚ, ਚਾਹੇ ਉਹ ਅੱਤਵਾਦ ਕਰਕੇ ਹੋਇਆ, ਜੇ ਪੁਲਿਸ ਦੀਆਂ ਜ਼ਿਆਦਤੀਆਂ ਕਰਕੇ ਹੋਇਆ, ਉਹ ਅਤੇ ਹੁਣ ਜਿਹੜਾ ਇਹਨਾਂ ਨੇ ਘਾਣ ਸਾਡਾ ਕਾਂਗਰਸੀਆਂ ਨੇ 10 ਸਾਲ ਕਾਂਗਰਸੀਆਂ ਨੇ 10 ਸਾਲ ਅਕਾਲੀ ਦਲ ਨੇ ਕੀਤਾ, ਇਹ ਤੇ ਇਹਨੂੰ ਤਾਂ ਘਾਟਾ ਸਾਡਾ ਜਿਹੜਾ ਹੈ ਉਹ ਪੂਰਿਆ ਜਾਣਾ ਚਾਹੀਦਾ। ਕੰਗਾ ਜੀ, ਕੱਲ੍ਹ ਜੋ ਪੰਜਾਬ ਦੇ 2017 ਦੀ ਸਰਕਾਰ ਬਣੀ ਕੈਪਟਨ ਸਾਹਿਬ ਦੀ, 4.5 ਸਾਲ ਉਹਨਾਂ ਨੇ ਬਿਤਾਏ। ਉਸ ਤੋਂ ਬਾਅਦ ਕੁਛ ਮਹੀਨੇ ਜੋ ਹੈ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੋਨਾਂ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ ਜੀ? ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਜਿਹੜੀ ਸਮੱਸਿਆ ਸੀ ਜਿਹੜੀ ਮੇਨ ਹੈ, ਉਹ ਹੈ ਘੱਗਰ ਦੀ ਸਮੱਸਿਆ। ਘੱਗਰ ਹੈ ਉਹ ਜਦੋਂ ਦਰਿਆ ਦਾ ਪਾਣੀ ਆਉਂਦਾ ਹੈਗਾ,
ਉਹ ਪਿੰਡਾਂ ਦੇ ਪਿੰਡ ਹੈ ਸਾਡੇ ਇੱਥੇ, ਹਜ਼ਾਰਾਂ ਏਕੜ ਸਾਡੀ ਫਸਲ ਤਬਾਹ ਕਰ ਦਿੰਦਾ। ਉਹਦੇ ਖਰਾਬੇ ਦੇ ਜਿਹੜੇ ਪੈਸੇ ਨੇ ਉਹ ਕੋਈ 10,000 ਰੁਪਏ ਦਾ। ਮੈਂ ਸਰਕਾਰ ਜਿਹੜੀ ਵੀ ਸਮੇਂ ਦੀ ਸਰਕਾਰ, ਜੇ ਸਾਡੀ ਸਰਕਾਰ ਬਣੀ, ਅਸੀਂ ਇਹਦੇ ਵਧਾ ਕੇ 40,000 ਦੇ ਮੇਰਾ ਇੱਕ ਟੀਚਾ ਹੈਗਾ ਵੀ ਇਹ ਘੱਟੋ ਘੱਟ 40,000 ਰੁਪਇਆ ਮਿਲਣਾ ਚਾਹੀਦਾ ਹੈ। ਇੱਕ ਤਾਂ ਜ਼ਮੀਨ, ਇੱਕ ਤਾਂ ਫਸਲ ਤਬਾਹ ਹੋ ਗਈ, ਫਿਰ ਉਸ ਨੂੰ ਵਾਹੀਯੋਗ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਿੰਨੇ ਕੈਮੀਕਲਸ ਨੇ ਜਿਹੜੇ ਬੱਦੀ ਤੋਂ ਚੱਲ ਕੇ ਆਉਂਦੇ ਨੇ, ਉਹਦੇ ਨਾਲ ਕਿੰਨਾ ਸਾਡਾ ਜਿਹੜਾ ਨੁਕਸਾਨ ਹੁੰਦਾ ਉਹ 10,000 ਨਾਲ ਪੂਰਾ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਬਿਮਾਰੀਆਂ ਜਿਹੜੀਆਂ ਛੱਡ ਜਾਂਦੇ ਨੇ, ਉਹ ਪਾਣੀ ਆ ਗਿਆ, ਉਸ ਤੋਂ ਬਾਅਦ ਬਿਮਾਰੀਆਂ ਨੇ, ਰਿਕਟਸ ਹੈ ਤੁਹਾਡੀ, ਇਹ ਕੈਂਸਰ ਤਾਂ ਮਤਲਬ ਫੈਲਿਆ ਪਿਆ, ਉਹ ਕਾਲਾ ਪੀਲਾ ਮੋਤੀਆ। ਇਹਦਾ ਪੰਜਾਬ ਦਾ ਇੱਕ ਪਿੰਡ ਹੈ ਰਨੇਟੂ, ਸਾਡੇ ਹਲਕੇ ਦਾ ਹੈਗਾ, ਪੰਜਾਬ ਦਾ ਸਭ ਤੋਂ ਜ਼ਿਆਦਾ ਕਾਲਾ ਪੀਲਾ ਮੋਤੀਆ ਪੀੜਿਤ ਪਰਿਵਾਰ ਹੈ। ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੇ ਵੀ ਤੁਸੀਂ ਪੱਤਰਕਾਰ ਹੋ, ਕਿਰਪਾ ਕਰਕੇ ਇੱਕ ਵਾਰੀ ਪੜਤੇ ਪਿੰਡ 'ਚ ਜਾ ਕੇ ਆਇਓ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਵੀ ਇੰਨਾ ਬੁਰਾ ਹਾਲ। ਵੈਸੇ ਤਾਂ ਸਾਰੇ ਪਿੰਡ ਹੀ ਬੁਰਾ ਹਾਲ ਹੈਗਾ, ਤੁਸੀਂ ਜਿੱਥੇ ਮਰਜ਼ੀ ਚਲੋ, ਤੁਸੀਂ ਮਰੋੜੀ ਚਲੇ ਜਾਓ, ਰਤਨਹੇੜੀ ਚਲੇ ਜਾਓ, ਸੱਪਰਹੇੜੀ ਚਲੇ ਜਾਓ, ਉਸਮਾਨਪੁਰ ਚਲੇ ਜਾਓ, ਉਹ ਕੁਲਾਰਾਂ ਚਲੇ ਜਾਓ, ਕਿਤੇ ਚਲੇ ਜਾਓ, ਕਿਸੇ ਨੂੰ ਇੰਨੀ ਬੁਰੀ ਹਾਲਤ। ਇਹ ਪਾਰਟੀਕੂਲਰਲੀ ਇਹਦੇ 'ਚ ਜਿਹੜਾ ਦਲਿਤ ਸਮਾਜ ਦੀ ਹੈ ਉਹਦੀ ਬਹੁਤ ਬੁਰੀ ਹਾਲ ਹੈ। ਅਤੇ ਜਿਹੜਾ ਮੈਂ ਤੁਹਾਨੂੰ ਇਹ ਪਿੰਡ ਦੱਸਿਆ ਵੀ ਪੜਤਾ ਅਤੇ ਅਰਨੇਟੂ, ਇਹ ਦੋ ਪਿੰਡ ਤਾਂ ਮਤਲਬ ਇਹ ਰਹਿਣ ਦੇ ਕਾਬਲ ਨਹੀਂ ਹੈਗੇ। ਅਤੇ ਅਰਨੇਟੂ ਦੀ ਜਿਹੜੀ ਜਨਤਾ ਹੈਗੀ ਆ, ਜਿਹੜੇ ਉੱਥੇ ਦੇ ਵਸਿੰਦੇ ਨੇ, ਉਹਨਾਂ ਨੂੰ 7 ਕਿਲੋਮੀਟਰ ਪੈਦਲ ਆਉਣਾ ਪੈਂਦਾ, ਅਤੇ ਫਿਰ ਕਿਤੇ ਜਾ ਕੇ ਉੱਥੇ ਉਹਨਾਂ ਨੂੰ ਬੱਸ ਮਿਲਦੀ ਹੈ ਸਧਾਰਨਪੁਰ ਤੋਂ। ਅਤੇ ਇਹ ਜਿਹੜੇ ਸਾਡੇ ਸਮੇਂ ਦੇ ਜਿਹੜੇ ਇੱਥੇ ਨੁਮਾਇੰਦੇ ਸੀਗੇ, ਚਾਹੇ ਕਾਂਗਰਸ ਦਾ ਨਿਰਮਲ ਸਿੰਘ ਹੋਵੇ, ਚਾਹੇ ਬੀਬੀ ਹੋਵੇ, ਇਹਨਾਂ ਨੂੰ ਕਦੇ ਨਜ਼ਰ ਨਹੀਂ ਆਇਆ ਵੀ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਮਾਵਾਂ ਨੇ ਜਾਂ ਭੈਣਾਂ ਨੇ ਉਹ ਪੈਦਲ ਆ ਰਹੀਆਂ ਨੇ, ਕਿ ਮਿੰਨੀ ਬੱਸ ਦਾ ਹੀ ਪ੍ਰਬੰਧ ਕਰ ਦੇਣ। ਸੋ ਇਹ ਬੜਾ ਦੁਖਦਾਈ ਹੈਗਾ। ਦੂਸਰੀ ਤੁਸੀਂ ਗੱਲ ਕਰੀ ਕਪਤਾਨ ਸਾਹਿਬ ਦੀ, ਉਹਨਾਂ ਬਾਰੇ ਤਾਂ ਜੇ ਕੁਛ ਦੁਖਦਾਈ ਹੈਗਾ। ਦੂਸਰੀ ਤੁਸੀਂ ਗੱਲ ਕਰੀ ਕਪਤਾਨ ਸਾਹਿਬ ਦੀ, ਉਹਨਾਂ ਬਾਰੇ ਤਾਂ ਜੇ ਕੁਛ ਨਾ ਹੀ ਕਿਹਾ ਜਾਵੇ, ਕਿਉਂਕਿ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਵੀ ਉਹਨਾਂ ਦੀ ਸਰਕਾਰ ਨੇ ਹੀ ਉਹਨੂੰ 4 ਸਾਲ 8 ਮਹੀਨੇ ਬਾਅਦ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਇੰਨਾ ਜ਼ਿਆਦਾ ਕੰਮ ਕੀਤਾ, ਤੁਸੀਂ ਹੁਣ ਆਰਾਮ ਕਰੋ। ਇਹ ਜਿਹੜੇ ਜਗੀਰੂ ਸੋਚ ਦੇ ਬੰਦੇ ਨੇ ਨਾ, ਇਹ ਤਾਂ ਕਿਸੇ ਵੀ ਤਰ੍ਹਾਂ ਇਸ ਮਤਲਬ ਰਾਜਨੀਤੀ ਦੇ ਲਾਇਕ ਨਹੀਂ ਹੈਗੇ, ਕਿਉਂਕਿ ਇਹਨਾਂ ਨੂੰ ਜਦ ਤੱਕ ਤੁਸੀਂ ਵਿਚਰਦੇ ਨਹੀਂ ਹੈਗੇ, 100 ਬੰਦਿਆਂ ਦੀ 200 ਬੰਦਿਆਂ ਦੀ ਤਾਂ ਭੀੜ ਲੈ ਕੇ ਚੱਲਦੇ ਨੇ। ਹੁਣ ਮੈਨੂੰ ਸਿਕਿਉਰਿਟੀ ਮਿਲੀ ਹੈ, ਮੈਂ ਸਭ ਤੋਂ ਪਹਿਲਾਂ ਸਿਕਿਉਰਿਟੀ ਮਤਲਬ DSP ਅਤੇ ਆਪਣਾ SDM ਸਾਹਿਬ ਨੂੰ ਲਿਖ ਕੇ ਦਿੱਤਾ ਵੀ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ। ਇਹਨਾਂ ਨੂੰ ਕਾਹਦਾ ਇਹਨਾਂ ਨੂੰ ਡਰ ਹੈਗਾ? ਇਹ ਆਪਣੇ ਵੋਟਾਂ ਪੈਣ ਲਈ, ਕਿਉਂ ਇਹਨਾਂ ਨੇ ਫੈਕਟਰੀਆਂ ਲਾਈਆਂ ਨੇ? ਵੋਟਾਂ ਲੈਣ ਲਈ ਤਾਂ ਮੇਰੇ ਕੋਲ ਆ ਜਾਂਦੇ ਨੇ, ਤੁਹਾਡੇ ਕੋਲ ਆਉਂਦੇ ਨੇ, ਇਹਨਾਂ ਕੋਲ ਆਉਂਦੇ ਨੇ, ਉਹਨਾਂ ਕੋਲ ਆਉਂਦੇ ਨੇ। ਇਹਨਾਂ ਨੇ ਕੋਈ ਫੈਕਟਰੀਆਂ ਤਾਂ ਲਾਈਆਂ ਨੇ, ਵੋਟਾਂ ਸਾਡੀਆਂ, ਅਤੇ ਸਾਡੇ ਨਾਲ ਸਾਡੇ 'ਚ ਆ ਕੇ ਬੈਠ ਕੇ ਗੱਲ ਕਿਉਂ ਨਹੀਂ ਕਰਦੇ? ਘੱਟੋ ਘੱਟ ਇੱਕ ਪਿੰਡ ਦੇ ਵਿੱਚ ਹੀ ਆ ਜਾਣ ਅਤੇ ਸਾਰੀ ਪ੍ਰੋਬਲਮ ਤੁਹਾਨੂੰ ਇੱਕ ਹਲਕੇ ਦੀ ਸਮਝ ਲੱਗ ਜਾਂਦੀ ਹੈ। ਤਰਨਜੀਤ ਚੰਨੀ ਗੱਲਾਂ ਹੀ ਨੇ, ਜਿੰਨੀ ਹੀ ਮਾਰੋ, ਘਰ ਘਰ ਚੱਲੀ ਗੱਲ। ਮੈਨੂੰ ਤਾਂ ਲੱਗਦਾ ਵੀ ਗੱਲਾਂ ਦਾ ਮਤਲਬ ਬਾਦਸ਼ਾਹ ਹੈ, ਇਹਨੂੰ ਮਤਲਬ ਇਨਾਮ ਦੇ ਦੇਣਾ ਚਾਹੀਦਾ ਹੈ, ਕੋਈ ਇਹੋ ਜਿਹਾ ਕੋਈ ਪ੍ਰਾਈਜ਼ ਹੋਣਾ ਚਾਹੀਦਾ ਬਈ ਇਹ ਬੰਦਾ ਟੋਟ ਕੇ ਛੱਡਣ 'ਚ। ਉਹ ਭਲਿਆ ਮਾਨਸਾ, ਤੈਨੂੰ ਚੀਫ ਮਿਨਿਸਟਰ ਬਣਾਇਆ, ਤੂੰ ਚੀਫ ਮਿਨਿਸਟਰ ਵਾਲੇ ਕੰਮ ਕਰ। ਕਦੇ ਫੁੱਟਬਾਲ ਖੇਡਣ ਲੱਗ ਜਾਂਦਾ, ਕਦੇ ਕਹਿੰਦਾ ਮੈਂ ਮੰਜਾ ਬੁਣਦਾ, ਕਦੇ ਕਹਿੰਦਾ ਮੈਂ ਧਾਰਾਂ ਕੱਢਦਾ। ਉਹ ਸਾਡਾ ਸਾਰਾ ਸਮਾਜ ਆ, ਅਸੀਂ ਵੀ ਸਾਰੇ ਇੱਕ। ਮੈਂ ਹੁਣ ਵੀ ਕਦੇ ਮਤਲਬ ਮੈਨੂੰ ਕਦੇ ਵੀ ਸਾਡਾ ਜਿਹੜਾ ਬੰਦਾ ਸਾਡਾ ਸਹਿਯੋਗੀ ਹੈ ਉਹ ਨਹੀਂ ਆਉਂਦਾ, ਮੈਂ ਆਪ ਪੱਠੇ ਪਾਉਣਾ। ਯਾਰ ਇਹ ਕਿਹੜੀ ਵੱਡੀ ਗੱਲ ਹੈ? ਇਹਦਾ ਲਾਹਾ ਕਾਹਦਾ ਲੈਣਾ? ਅਸੀਂ ਪਿੰਡ ਦੇ ਰਹਿਣ ਵਾਲੇ ਹਾਂ, ਸਾਨੂੰ ਸਾਰੇ ਕੰਮ ਕਰਨੇ ਪੈਂਦੇ, ਸਾਨੂੰ ਭਾਂਡੇ ਵੀ ਧੋਣੇ ਪੈਂਦੇ ਨੇ। ਇਹ ਹੁਣ ਘਰ 'ਚ ਕੋਈ ਨਹੀਂ ਹੈਗਾ, ਸਮਝੋ ਕਿਤੇ ਬਾਹਰ ਗਏ ਨੇ, ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ। ਇਹ ਕੋਈ ਐਡੀ ਗੱਲ ਨਹੀਂ। ਇਹਨਾਂ ਬੰਦਿਆਂ ਨੇ ਕੋਈ ਕੰਮ ਨਹੀਂ ਕੀਤਾ, ਇੱਕ ਨੰਬਰ ਦਾ ਨਿਕੰਮਾ ਬੰਦਾ। ਅਸੀਂ ਇਸ ਨੂੰ ਜਿਹੜਾ ਸਾਡਾ ਇੱਕ ਵੀਕਰ ਸੈਕਸ਼ਨ ਫੋਰਮ ਹੈਗਾ, ਵੀਕਰ ਸੈਕਸ਼ਨ ਫੋਰਮ, ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ, ਸੀਨੀਅਰ IAS ਅਫਸਰ ਨੇ ਜਿਹੜੇ ਸ਼ਡਿਊਲ ਕਾਸਟ ਨੇ, ਉਹਦੇ ਵਿੱਚ ਮੋਸਟਲੀ ਮਤਲਬ ਇਹ ਸ਼ਡਿਊਲ ਕਾਸਟ ਨੇ, ਉਹ 'ਚ ਬੈਕਵਰਡ ਕਲਾਸਿਸ ਦੇ ਹੈਗੇ ਨੇ। ਉਹਦੇ ਪ੍ਰਧਾਨ ਨੇ ਮਿਸਟਰ TR ਸਰੰਗਲ, ਤਿਲਕ ਰਾਜ ਸਰੰਗਲ। ਮੈਂ ਤੁਹਾਨੂੰ ਉਹਨਾਂ ਦਾ ਫ਼ੋਨ ਨੰਬਰ ਦਿਆ, ਤੁਸੀਂ ਉਹਨਾਂ ਨਾਲ ਗੱਲ ਕਰੀਓ। ਉਹਨਾਂ ਨੇ ਅਸੀਂ 14 ਜਿਹੜੇ ਮਸਲੇ ਨੇ ਉਹ ਦਲਿਤਾਂ ਦੇ, ਉਹ ਇਹਨਾਂ ਨੂੰ ਲਿਖ ਕੇ ਭੇਜੇ, ਵੱਡਾ ਚਾਰਟਰ ਬਣਾ ਕੇ ਭੇਜਿਆ। ਅਤੇ ਮੇਰੇ ਤੋਂ ਵੀ 2-3 ਉਹਨਾਂ ਨੇ ਇਨਪੁਟ ਲਈ,
ਤੇ ਮੈਂ ਧੰਨਵਾਦ ਕਰਦਾ ਸਾਡੇ ਸੰਯੁਕਤ ਸਮਾਜ ਮੋਰਚੇ ਦਾ ਵੀ ਜਿਹੜੀਆਂ ਮੇਰੇ ਉਸ ਵੇਲੇ ਪੁਆਇੰਟ ਮੈਂ ਲਿਖਾਏ ਸੀ ਉਹੀ ਪੁਆਇੰਟ ਮੈਂ ਲਿਖਾਏ ਸੀ ਉਹੀ ਪੁਆਇੰਟ ਮੈਂ ਮਤਲਬ ਜਿਹੜੇ ਸਰੰਗਲ ਸਾਹਿਬ ਨੂੰ ਦਿੱਤੇ ਸੀ ਉਹੀ ਪੁਆਇੰਟਸ ਮੈਂ ਸੰਯੁਕਤ ਸਮਾਜ ਨੂੰ ਭੇਜੇ, ਮੋਰਚੇ ਨੂੰ ਭੇਜੇ। ਉਹਨਾਂ ਨੇ ਇਹ ਸਾਰੇ ਦੇ ਸਾਰੇ ਜਿਹੜੇ ਮੇਰੇ ਪੁਆਇੰਟ ਸੀਗੇ ਉਹਨਾਂ ਨੇ ਸਾਡਾ ਜਿਹੜਾ ਇਕਰਾਰਨਾਮਾ ਸੀ ਪੰਜਾਬੀਆਂ ਨਾਲ ਕਰਦੇ ਆ ਉਹ ਉਹਨਾਂ ਨੇ ਉਹਦੇ ਵਿੱਚ ਸ਼ਾਮਲ ਕੀਤੇ ਨੇ। ਇਸ ਬੰਦੇ ਨੇ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਇਟ ਇਜ਼ ਔਨ ਰਿਕਾਰਡ। ਇਹ ਬੰਦਾ ਸਾਨੂੰ ਮਿਲਿਆ ਨਹੀਂ। ਉਂਝ ਰਸਤੇ 'ਚ ਫੋਟੋ ਸ਼ੂਟ ਕਰਨ ਲਈ ਕਦੇ ਕੋਈ ਲੜਕੀ ਨੂੰ 50 ਰੁਪਏ ਦੇ ਰਿਹਾ, ਕਿਸੇ ਨੂੰ 500 ਰੁਪਏ ਦੇ ਰਿਹਾ। ਅਰੇ ਯਾਰ ਤੇਰਾ ਕੋਈ ਕੰਮ ਹੈ ਯਾਰ, ਇਹ ਤੂੰ ਜਿਹੜਾ ਕੰਮ ਤੈਨੂੰ ਦਿੱਤਾ ਉਹ ਕੰਮ ਕਰਨਾ ਭਾਈ, ਜਿਹਦੇ ਲਈ MLAs ਨੇ ਤੈਨੂੰ ਕਿਹਾ ਜਾਂ ਰਾਹੁਲ ਗਾਂਧੀ ਜੀ ਨੇ ਤੇਰੇ 'ਚ ਇੱਕ ਕੌਨਫੀਡੈਂਸ ਪੈਦਾ ਕੀਤਾ ਵੀ ਤੂੰ ਵਧੀਆ ਕੰਮ ਕਰੇਗਾ। ਸੋ ਯੂ ਸ਼ੁਡ ਡੂ ਦੈਟ। ਫਿਰ ਉਹ ਉੱਪਰ ਤੋਂ ਸੋਨੇ ਦੇ ਸੁਹਾਗਾ ਇਹ ਹੋ ਗਿਆ ਬਈ ਆਪਦੇ ਭਾਣਜੇ ਨੂੰ ਪਤਾ ਨਹੀਂ ਕਿੱਥੋਂ 10 ਕਰੋੜ ਰੁਪਏ ਦੀ ਇਹੋ ਜਿਹੀ ਇਨਕਮ ਹੋ ਗਈ। ਖੈਰ ਹੁਣ ਤਾਂ ਉਹਨੇ ਦੱਸ ਹੀ ਦਿੱਤਾ ਬਈ ਭਾਈ ਮੈਂ ਤਾਂ ਟਰਾਂਸਫਰ ਪੋਸਟਿੰਗ ਲੈਂਦਾ ਸੀ ਅਤੇ ਨਾਲੇ ਮੈਂ ਰੇਤੇ ਦਾ ਜਿਹੜਾ ਕਾਰੋਬਾਰ ਸੀ ਮੈਨੂੰ ਹਿੱਸਾ ਮਿਲਦਾ ਸੀ। ਸੋ ਜਦੋਂ ਇਹ ਆਪਦੇ ਪਰਿਵਾਰ ਦੇ ਮੈਂਬਰਾਂ 'ਤੇ ਅੱਖ ਨਹੀਂ ਰੱਖ ਸਕਦਾ ਅਤੇ ਬਾਕੀ ਜਿਹੜੇ ਚੋਰ ਨੇ, ਜਿਹੜੇ ਮਾਫੀਆ ਹੈ, ਚਾਹੇ ਉਹ ਐਜੂਕੇਸ਼ਨ ਮਾਫੀਆ ਹੋਵੇ, ਚਾਹੇ ਰੇਤ ਮਾਫੀਆ ਹੋਵੇ, ਚਾਹੇ ਭੂਮੀ ਜਿਹੜੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਦੇ ਨੇ, ਇਹ ਜਿਹੜਾ ਗੁੰਡਾ ਅਨਸਰ ਹੈ ਜਿਹੜੇ ਇੱਥੇ ਉਹ ਮੈਨੂੰ ਤਾਂ ਪਤਾ ਨਹੀਂ ਕਹਿੰਦੇ ਗਰੋਹ ਫਿਰਦੇ ਨੇ, ਇਹ ਉਹਨਾਂ ਨੂੰ ਇਹਨਾਂ ਦੀ ਸਰਪ੍ਰਸਤੀ ਹੈ। ਤੁਸੀਂ ਸਾਨੂੰ ਦਿਓ, ਮੈਨੂੰ ਹੀ ਦਿਓ। ਜਿਵੇਂ ਇੱਕ ਫਿਲਮ ਸੀ ਇੱਕ ਦਿਨ ਦਾ CM ਬਣਾ ਕੇ ਦੇਖਣ, ਅਸੀਂ ਦਿਖਾਉਂਦੇ ਹਾਂ ਜਲਵਾ ਇਹਨਾਂ ਨੂੰ ਕਿਵੇਂ ਹੁੰਦਾ ਕੰਮ। ਸੋ ਇਹ ਜਿਹੜੇ ਬੰਦੇ ਨੇ ਇਹ ਸਰਮਾਏਦਾਰ ਨੇ। ਇਹਦੇ ਵਿੱਚ ਕੋਈ ਆਮ ਆਦਮੀ ਵਾਲੀ ਗੱਲ ਨਹੀਂ। ਇਹ ਸਭ ਆਪਣੇ ਇੱਕ ਦੂਜੇ ਦੀ ਯੂ ਸਕ੍ਰੈਚ ਮਾਈ ਬੈਕ ਆਈ ਵਿਲ ਯੂਅਰਸ। ਮੇਰੀ ਪਿੱਠ ਤੇ ਤੂੰ ਘਰ ਭਾਈ, ਤੂੰ ਮੇਰਾ ਘਰ ਮੈਂ ਤੇਰਾ ਕਰਦਾ। ਇਹਨਾਂ ਕੋਈ ਉਹ ਨਹੀਂ। ਇਹ ਦੋਨੋਂ ਫਲॉप ਨੇ। ਇਹਨਾਂ ਦਾ ਜਿੰਨੀ ਜਲਦੀ ਇਹਨਾਂ ਤੋਂ ਸਾਨੂੰ ਨਿਜਾਤ ਮਿਲੇ ਉਹ ਪੰਜਾਬ ਲਈ ਬਹੁਤ ਅੱਛਾ ਹੋਏਗਾ। ਕੱਗਾ ਜੀ, ਪੰਜਾਬ ਦੇ ਨਾਲ ਦੇਸ਼ ਦੀ ਰਾਜਧਾਨੀ ਦੇ ਵਿੱਚ ਖਾਸ ਕਰ ਮੋਦੀ ਸਰਕਾਰ ਦਾ ਜਿਹੜਾ ਸਮਾਂ ਰਿਹਾ ਉਹਨਾਂ ਦੀ ਕਾਰਜਕਾਰੀ ਰਹੀ ਹੈ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜੀ? ਮੋਦੀ ਸਾਹਿਬ ਜਦੋਂ ਆਏ ਸੀ ਤਾਂ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਇੱਕ ਉਮੀਦਾਂ ਸੀਗੀਆਂ, ਜਾਂ ਉਹਨਾਂ ਦਾ ਜਿਹੜਾ ਮੀਡੀਆ ਪ੍ਰਚਾਰ ਸੀ ਜਾਂ ਜਾਂ ਉਹਨਾਂ ਦੀ ਜਿਹੜੀ ਆਪਣਾ ਮੈਨੇਜਮੈਂਟ ਸੀ ਉਹਨੇ ਲੋਕਾਂ ਨੂੰ ਭਰਮਾ ਲਿਆ। ਅਤੇ ਉਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਦੇਖੋ ਵੀ ਉਹਨਾਂ ਨੇ ਦੇਸ਼ ਦੀ ਕੀ ਦੁਰਦਸ਼ਾ ਕੀਤੀ ਹੈ। ਪਹਿਲਾਂ ਨੋਟਬੰਦੀ, ਫਿਰ ਉਸ ਤੋਂ ਬਾਅਦ GST ਲੈ ਕੇ ਆਏ, ਅਤੇ ਉਸ ਤੋਂ ਬਾਅਦ ਜਿਹੜੀਆਂ ਵੀ ਉਹਨਾਂ ਦੀਆਂ ਨੀਤੀਆਂ ਨੇ 15 ਲੱਖ ਕਰੋੜ ਰੁਪਈਆ ਕਾਰਪੋਰੇਟ ਨੂੰ ਮਾਫ ਕਰ ਦਿੱਤਾ। ਅਤੇ ਜਿਹੜੇ ਉਹਨਾਂ ਦੇ ਚਹੇਤੇ ਨੇ, ਠੀਕ ਹੈ ਨਾ, ਚਾਹੇ ਮਾਲੀਆ ਹੋਵੇ, ਚਾਹੇ ਮੋਦੀਜ਼ ਹੋਣ, ਚਾਹੇ ਚੌਕਸੀ ਹੋਵੇ, ਉਹ ਸਾਰੇ ਇਹਨਾਂ ਦੀ ਛਤਰ ਛਾਇਆ ਹੇਠ ਪਣਪੇ ਨੇ। ਨਹੀਂ ਤੇ ਇੱਦਾਂ ਕਿਵੇਂ ਹੋ ਸਕਦਾ ਬਈ 14 ਸੂਟਕੇਸ ਭਰ ਕੇ ਮਾਲੀਆ ਦੇਸ਼ ਛੱਡ ਕੇ ਚਲਾ ਜਾਵੇ। ਸੋ ਇਹ ਮੋਦੀ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਲੋਕ ਪੱਖੀ ਨਹੀਂ ਹੈਗੀ, ਉਹ ਕਾਰਪੋਰੇਟ ਪੱਖੀ ਨੇ। ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਇਹ ਸਾਰਾ ਵੇਚਤਾ, ਏਅਰਪੋਰਟ ਵੇਚਤੇ, ਰੇਲਾਂ ਵੇਚਤੀਆਂ, ਅਤੇ ਜਿਹੜੇ ਆਪਣੇ ਜੁੰਡਲੀ ਹੈ ਇਹਨਾਂ ਦੀ, ਅਦਾਨੀ ਦੀ, ਅੰਬਾਨੀ ਦੀ, ਉਹਨਾਂ ਸਾਰਿਆਂ ਦੀ ਉਹਨਾਂ ਦੀ ਪੈਰਵੀ ਕਰ ਰਹੇ ਨੇ ਬੜੀ ਬੁਰੀ ਤਰ੍ਹਾਂ। ਮਤਲਬ ਦੇਸ਼ ਦਾ ਜਿਹੜਾ ਅਰਥ ਵਿਵਸਥਾ ਹੈ ਉਹ ਬਿਲਕੁਲ ਤਹਿਸ ਨਹਿਸ ਹੋ ਗਈ ਹੈ। ਸਭ ਤੋਂ ਵੱਡੀ ਟ੍ਰੈਜਡੀ ਤਾਂ ਇਹ ਹੈ ਬਈ ਜਿਹੜਾ ਇਸ ਵਾਰੀ ਹੁਣ ਬਜਟ ਆਇਆ, ਤੁਸੀਂ 15 ਦਾ ਬਜਟ ਹੈ ਜਿਹੜਾ 2015 ਦਾ, ਉਹ ਬਜਟ ਤੁਸੀਂ ਕੱਗਾ ਜੀ, ਜਿਵੇਂ ਤੁਸੀਂ ਦੱਸਿਆ ਵੀ ਹਲਕਾ ਸ਼ਤਰਾਣਾ ਦੇ ਵਿੱਚ ਬਹੁਤ ਜਿਹੜਾ ਪਿੰਡ ਦਾ ਮਾੜਾ ਹਾਲ ਹੈ, ਪੰਜਾਬ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਪੰਜਾਬ ਦੇ ਵਿਕਾਸ ਲਈ ਕਿਹੜੇ 4-5 ਜਿਹੜੇ ਫੈਸਲੇ ਲੈਣੇ ਚਾਹੀਦੇ ਨੇ ਜਿਨ੍ਹਾਂ ਨਾਲ ਪੰਜਾਬ ਜਿਹੜਾ ਹੈ ਵਿਕਾਸ ਦੀਆਂ ਲੀਹਾਂ 'ਤੇ ਤੁਰੇ? ਜੀ, ਸਭ ਤੋਂ ਪਹਿਲਾਂ ਜੀ ਸਾਡੇ ਜਿਹੜੇ ਪੰਜਾਬ ਹੈ ਨਾ, ਇਹਨੂੰ ਇੰਪਾਵਰ ਕਰਨਾ ਚਾਹੀਦਾ। ਇਹਦੇ ਜਿਹੜੀ ਗਰੀਬ ਲੋਕ ਨੇ, ਇੱਥੋਂ ਦੇ ਕਿਸਾਨ ਨੇ, ਮਜ਼ਦੂਰ ਨੇ, ਛੋਟੇ ਦੁਕਾਨਦਾਰ ਨੇ, ਮੁਲਾਜ਼ਮ ਨੇ, ਇਹਨਾਂ ਸਾਰਿਆਂ ਨੂੰ ਮਤਲਬ ਜਿਹੜੀਆਂ ਵੀ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਨ ਕੇ ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਮੇਨ ਸਟਰੀਮ 'ਚ ਲੈ ਕੇ ਆਉਣਾ ਚਾਹੀਦਾ। ਹੁਣ ਇਹ ਸਾਰੇ ਬੰਦੇ ਸਾਰੇ ਜਿਹੜੇ ਵਰਗ ਨੇ ਉਹ ਆਪਣੇ ਆਪ ਨੂੰ ਨੈਗਲੈਕਟਡ ਮਹਿਸੂਸ ਕਰ ਰਹੇ ਨੇ। ਤਾਂ ਇਹਦੇ ਜਿਵੇਂ 15 ਲੱਖ ਕੱਚੇ ਮੁਲਾਜ਼ਮ ਨੇ,
ਤੇ ਮਨਰੇਗਾ ਵਰਕਰ ਨੇ, ਉਹਨਾਂ ਦੀਆਂ ਸਮੱਸਿਆ ਨੇ, ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਤਾਂ ਇਹ ਸਾਰਾ ਜਿੱਦਾਂ ਜਲਦੀ ਤੋਂ ਜਲਦੀ ਦੂਰ ਹੋ ਸਕੇ ਇਹ ਹੈ। ਨਵੀਆਂ ਜਿਹੜੀਆਂ ਇੰਡਸਟਰੀਆਂ ਨੇ, ਐਗਰੋ ਬੇਸਡ ਇੰਡਸਟਰੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਨੇ। ਐਜੂਕੇਸ਼ਨ ਤੇ ਮੈਕਸਿਮਮ ਖਰਚ ਹੋਣਾ ਚਾਹੀਦਾ। ਸਿਹਤ 'ਤੇ ਵੱਧ ਤੋਂ ਵੱਧ ਖਰਚ ਹੋਣਾ ਚਾਹੀਦਾ। ਸਿਹਤ ਸਹੂਲਤਾਂ ਚਰਮਰਾਈਆਂ ਪਈਆਂ ਨੇ। ਤਾਂ ਇਹ ਜਿਹੜੇ 4-5 ਜਿਹੜੇ ਫੈਸਲੇ ਨੇ ਇਹ ਪਹਿਲ ਦੇ ਆਧਾਰ 'ਤੇ ਲੈਣੇ ਚਾਹੀਦੇ। ਹਰ ਬਲਾਕ ਦੇ ਵਿੱਚ ਇੱਕ ਸੁਪਰ ਸਪੈਸ਼ਲਿਸਟੀ ਹਸਪੀਟਲ ਹੋਣਾ ਚਾਹੀਦਾ। ਛੋਟੀਆਂ ਡਿਸਪੈਂਸਰੀਆਂ ਇਹ ਸਾਰੀਆਂ ਹੋਣੀਆਂ ਚਾਹੀਦੀਆਂ ਨੇ। ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਤੇ ਇਹ ਸਭ ਤੋਂ ਪਹਿਲਾਂ। ਦੂਸਰਾ ਇੱਕ ਸਭ ਤੋਂ ਹੋਰ ਹੈ ਜਿਹੜਾ ਸਾਰਿਆਂ ਤੋਂ ਉੱਪਰ, ਜਿਹੜਾ ਮਾਫੀਆ ਹੈ ਨਾ, ਇਹਨੂੰ ਖਤਮ ਕਰਨਾ ਚਾਹੀਦਾ। ਇਹਨੂੰ ਜਿੰਨੀ ਜਲਦੀ ਜੇ ਅਸੀਂ ਇਹਨੂੰ ਖਤਮ ਨਹੀਂ ਕਰਾਂਗੇ, ਇਹ ਆਲਰੇਡੀ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 55 ਕਰੋੜ ਰੁਪਏ ਦੇ ਸ਼ਰਾਬ ਦਾ ਕਾਰੋਬਾਰ ਹੁੰਦਾ ਹੈ। ਪਰ ਇਸ ਵੇਲੇ ਜਿਹੜਾ ਰੈਵਨਿਊ ਹੈ 2000 ਕਰੋੜ ਰੁਪਈਆ ਸਰਕਾਰ ਦੀ ਜੇਬੇ ਜਾਂਦਾ ਹੈ। ਜ਼ਰੂਰਤ ਹੈ ਤੁਹਾਨੂੰ, ਮੈਨੂੰ, ਸਾਰਿਆਂ ਨੂੰ ਇਸ ਗੱਲ ਦਾ ਬਈ ਬਾਕੀ ਜਿਹੜਾ 50,000 ਕਰੋੜ ਰੁਪਈਆ ਉਹ ਕੌਣ ਖਾ ਰਿਹਾ ਹੈ? ਕੀ ਗੁਰਜੀਤ ਰਾਣਾ ਖਾ ਰਿਹਾ ਹੈ, ਜਾਂ ਮਜੀਠੀਆ ਖਾ ਰਿਹਾ, ਜਾਂ ਯੂਬੀ ਵਾਲਿਆਂ ਦੀ ਜਿਹੜੀ ਫੈਕਟਰੀ ਹੈ ਉਹਦੇ ਵਿੱਚੋਂ ਤਾਂ ਨਹੀਂ ਚੋਰੀ ਹੋ ਰਿਹਾ? ਤੇ ਇਹ ਸਾਰੇ ਤੇ ਬੜੀ ਜਲਦੀ ਇਹਦੇ ਤੇ ਇੱਕ ਨਿਰਣਾਇਕ ਫੈਸਲਾ ਹੋਣਾ ਚਾਹੀਦਾ। ਕੱਗਾ ਜੀ, ਇੱਕ ਤੁਸੀਂ ਸੰਯੁਕਤ ਸਮਾਜ ਮੋਰਚੇ ਵੱਲੋਂ ਬਹੁਤ ਘੱਟ ਸਮੇਂ 'ਚ ਪੰਜਾਬ ਦੇ ਵਿੱਚ ਜਿਹੜੇ ਆਪਣੇ ਉਮੀਦਵਾਰ ਉਤਾਰੇ ਨੇ ਜੀ, ਕਿਸ ਤਰ੍ਹਾਂ ਦੇਖਦੇ ਹੋ? ਇਹਨਾਂ ਦੀ ਕੰਪੇਨਿੰਗ ਕਿਸ ਤਰ੍ਹਾਂ ਚੱਲ ਰਹੀ ਹੈ, ਜਾਂ ਇਹਨਾਂ ਦਾ ਜਿਹੜਾ ਤੁਹਾਡੀ ਪਾਰਟੀ ਹੈ ਜੀ, ਕੀ ਸੰਭਾਵਨਾਵਾਂ ਲੱਗਦੀਆਂ ਤੁਹਾਨੂੰ ਵੀ ਕਿਸਨੇ ਸੀਟ ਜਿੱਤੋਗੇ ਅਤੇ ਕਿਸ ਤਰ੍ਹਾਂ ਤੁਹਾਡਾ ਜਿਹੜਾ ਰਹਿਣਾ ਅੱਗੇ? ਜੀ, ਜਿੱਥੋਂ ਤੱਕ ਸੰਭਾਵਨਾਵਾਂ ਦੀ ਗੱਲ ਹੈ, ਸੰਭਾਵਨਾਵਾਂ ਬਹੁਤ ਵਧੀਆਂ ਨੇ। ਪਰ ਤੁਹਾਨੂੰ ਪਤਾ ਹੈ ਵੀ ਜਦੋਂ ਚੋਣਾਂ ਹੁੰਦੀਆਂ ਨੇ, ਜਦੋਂ ਦੋ ਪਹਿਲਵਾਨ ਲੜਦੇ ਨੇ, ਇੱਕ ਜਿੱਤੂਗਾ ਇੱਕ ਹਾਰੂਗਾ, ਸਾਨੂੰ ਨਹੀਂ ਪਤਾ ਅਸੀਂ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਲੋਕ ਪੱਖੀ ਜਿਹੜੇ ਮੁੱਦੇ ਨੇ ਉਹ ਲੋਕਾਂ ਦੀ, ਕਿ ਅਸੀਂ ਲੋਕ ਪੱਖੀ ਜਿਹੜੇ ਮੁੱਦੇ ਨੇ ਉਹ ਲੋਕਾਂ ਦੀ ਕਚਹਿਰੀ 'ਚ ਲੈ ਕੇ ਆਏ ਹਾਂ। ਅਸੀਂ ਪਹਿਲੀ ਵਾਰੀ ਕਿਹਾ ਵੀ ਸਾਡਾ ਜਿਹੜਾ ਆਪਣਾ ਮੈਨੀਫੈਸਟੋ ਹੈ, ਮੈਨੀਫੈਸਟੋ ਨਹੀਂ, ਅਸੀਂ ਪੰਜਾਬ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ। ਇਹ ਲੀਗਲ ਡਾਕੂਮੈਂਟ ਹੈ। ਸੋ ਅਸੀਂ ਇੱਕ ਨਵੀਂ ਜਿਹੜੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਲਈ ਜੋ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ। ਸਾਡੀ ਕੰਪੇਨ ਆ ਜਿਹੜੀ ਉਹ ਪੋਜ਼ਿਟਿਵ ਪੱਖੀ ਹੈ। ਅਸੀਂ ਕੋਈ ਨੈਗੇਟਿਵ ਪ੍ਰਚਾਰ ਨਹੀਂ ਕਰਦੇ। ਸਿਰਫ ਇਹੀ ਹੈ ਵੀ ਅਸੀਂ ਲੋਕਾਂ ਨੂੰ ਦੱਸਦੇ ਹਾਂ ਵੀ ਇਹਨਾਂ ਨੂੰ ਇਹ ਪਿੱਛੇ ਇਹਨਾਂ ਨੇ ਇਹ ਕੀਤਾ, ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਆਉਣ ਵਾਲਾ ਜਿਹੜਾ ਬੰਦਾ ਜਿਹਦੀ ਤੁਹਾਡੇ ਪਾਣੀਆਂ 'ਤੇ ਅੱਖ ਹੈ, ਤੁਹਾਡੀ ਬੋਲੀ ਦੀ ਉਹਨੂੰ ਕੋਈ ਰਿਸਪੈਕਟ ਨਹੀਂ ਹੈਗੀ, ਉਹਨਾਂ ਦਾ ਜਿਹੜਾ ਇੱਕ ਚੋਕਲੇਟੀ ਬॉय ਹੈਗਾ ਜੌਨਸਨ ਬੇਬੀ ਪਾਊਡਰ ਵਾਲਾ ਰਾਘਵ ਚੱਡਾ, ਉਹ ਹੋ ਕੇ ਪੰਜਾਬੀ ਹੋ ਕੇ ਹਿੰਦੀ 'ਚ ਗੱਲ ਕਰਦਾ, ਤਾਂ ਅੱਗੇ ਨੂੰ ਕੀ ਹੋਏਗਾ ਇਹ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਣਾ। ਭਗਵੰਤ ਮਾਨ ਨੂੰ ਉਹਨਾਂ ਨੇ ਆਪਦੇ ਲੱਤ ਥੱਲੋਂ ਦੀ ਕੱਢ ਕੇ ਪਹਿਲਾਂ ਉਹਨੇ ਇਕੱਲੇ ਭਗਵੰਤ ਮਾਨ ਦੀ ਬੇਇੱਜ਼ਤੀ ਨਹੀਂ ਕੀਤੀ, ਇਹ ਪੂਰੇ ਪੰਜਾਬ ਦੀ ਬੇਇੱਜ਼ਤੀ ਕੀਤੀ ਹੈ ਵੀ ਉਹਨੂੰ ਪੂਰਾ ਰਗੜਿਆ। ਜਦੋਂ ਉਹਨੇ ਪੂਰੇ ਥੱਕ ਗਿਆ ਫਿਰ ਉਹਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਡਿਕਲੇਅਰ ਕੀਤਾ, ਜਾਂ ਜਦੋਂ ਕੋਈ ਹੋਰ ਨਹੀਂ ਮਿਲਿਆ ਤਾਂ ਉਹਨੂੰ ਬਣਾਤਾ। ਬਾਕੀ ਤਾਂ ਉਹਨੇ ਬਥੇਰੀਆਂ ਲੇਲੜੀਆਂ ਕੱਢੀਆਂ, ਚਾਹੇ ਓਬਰਾਏ ਦੀਆਂ, ਚਾਹੇ ਆਪਣਾ ਰਾਜੇਵਾਲ ਸਾਹਿਬ ਦੀਆਂ, ਸਭ ਦੀਆਂ ਲੇਲੜੀਆਂ ਕੱਢੀਆਂ। ਸਭ ਨੂੰ ਜਦੋਂ ਪਤਾ ਲੱਗ ਗਿਆ ਇਹਦੀਆਂ ਬਈ ਇਹ ਕਿੰਨਾ ਕੁ ਆਪਣਾ ਕਨਿੰਗ ਹੈ, ਕਿੰਨਾ ਕਿ ਇਹਦੀਆਂ ਜਿਹੜੀਆਂ ਮਤਲਬ ਸ਼ਾਤਰ ਹੈ, ਬੜਾ ਸ਼ਾਤਰ ਦਿਮਾਗ ਦਾ ਬੰਦਾ, ਇਹਨੇ ਕਦੇ ਆਪਦੇ ਦਫ਼ਤਰ 'ਚ ਵੀ ਕੰਮ ਨਹੀਂ ਕੀਤਾ। ਇਹ ਤਾਂ ਮਤਲਬ ਗੱਲਾਂ ਕਰਨ ਦਾ ਬਾਦਸ਼ਾਹ ਹੈਗਾ। ਅਤੇ ਇੱਕ ਗੱਲ ਮੈਂ ਜਿਹੜੀ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੀ ਹਾਂ ਪੰਜਾਬੀਆਂ ਨੂੰ, ਪੰਜਾਬੀਓ ਚੌਕਸ ਹੋ ਜਾਓ, ਇਹੀ ਜੀ ਤੁਹਾਡੀ ਪੰਬੀਰੀ ਬਣਾਏਗਾ, ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੁਹਾਡੀਆਂ ਪੁਸ਼ਤਾਂ ਬਰਬਾਦ ਕਰ ਦੇਗਾ। ਤੁਹਾਡੇ ਕੋਲ ਮੌਕਾ ਹੈ, ਇਹਨੂੰ ਤੇ ਇਹਦੀ ਚੰਡਾਲ ਚੌਂਕੜੀ ਤੋਂ ਬਚੋ। ਜਿੰਨੀ ਜਲਦੀ ਸਮਝ ਲਓਗੇ, ਇਹ ਮੇਰੀ ਗੱਲ ਹੈ ਅੱਜ, ਕਿਉਂਕਿ 4 ਦਿਨਾਂ ਨੂੰ ਵੋਟਾਂ ਪੈਣ ਵਾਲੀਆਂ ਨੇ, 20 ਤਰੀਕ ਨੂੰ, ਇਹ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ। ਅਸੀਂ ਤਾਂ ਆਪਣੀ ਜ਼ਿੰਦਗੀ ਹੰਢਾ ਲਈ ਹੈਗੀ ਹੈ, ਅੱਗੇ ਜ਼ਿੰਦਗੀ ਹੰਢਾ ਲਈ ਹੈਗੀ ਹੈ, ਅੱਗੇ ਵਾਲੀਆਂ 5 ਪੀੜ੍ਹੀਆਂ ਨੂੰ ਜੇ ਬਰਬਾਦ ਕਰਨਾ ਤਾਂ ਇਹਨੂੰ ਵੋਟ ਪਾਈਓ। ਜੇ ਅੱਗੇ ਨੂੰ ਆਪਣੇ ਬੱਚਿਆਂ ਨੂੰ ਉਹਦਾ ਭਵਿੱਖ ਚਾਹੁੰਦੇ ਹੋ ਤਾਂ ਇਸ ਬੰਦੇ ਨੂੰ ਵੋਟ ਨਹੀਂ ਪਾਣੀ। ਹੋ ਸਕੇ ਤਾਂ ਸਾਡੇ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਈਓ। ਅਤੇ ਇੱਦਾਂ ਕਿਆ ਹੈ ਜੀ। ਸੋ ਕੱਗਾ ਜੀ, ਵੋਟਾਂ ਦੇ ਵਿੱਚ ਕੁਝ ਦਿਨਾਂ ਸਮਾਂ ਰਹਿ ਗਿਆ ਜੀ। ਤੁਹਾਡੀ ਪਾਰਟੀ ਵੱਲੋਂ ਤੁਸੀਂ ਰਾਜ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਰਾਜ ਦੇ ਲੋਕਾਂ ਨੂੰ ਜੀ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਬਈ ਇਹ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਬੜਾ ਬੇਸ਼ਕੀਮਤ ਹੈ। ਇਹਨੂੰ ਮਿਲਣ ਲਈ
ਜਿਹੜੀ ਸਾਡੀ ਸੰਵਿਧਾਨ ਦੇ ਖਰੜਾ ਕਮੇਟੀ ਸੀਗੇ ਜਿਹਦੇ ਪ੍ਰਧਾਨ ਸੀਗੇ ਆਪਣੇ ਡਾਕਟਰ ਅੰਬੇਦਕਰ ਸਾਹਿਬ, ਉਹਨਾਂ ਨੇ ਬੜੀ ਮਸ਼ੱਕਤ ਕੀਤੀ ਹੈ ਤੇ ਤੁਹਾਨੂੰ ਇੱਕ ਵਨ ਸਟ੍ਰੋਕ ਆਫ ਪੈਨ ਸਾਰੇ ਜਿਹੜੇ ਆਪਣੇ ਇੰਡੀਅਨ ਸੀਗੇ ਜਿਹਦੀ 21 ਸਾਲ ਤੋਂ ਉੱਪਰ ਉਮਰ ਸੀ, ਉਹਨੂੰ ਔਰਤਾਂ ਨੂੰ ਵੋਟ ਦਾ ਅਧਿਕਾਰ 111 ਸਾਲ ਦੀ ਸਟਰਗਲ ਬਾਅਦ ਇੰਗਲੈਂਡ 'ਚ ਮਿਲਿਆ ਸੀ। ਤੇ ਅਸੀਂ ਤਾਂ ਕੋਈ ਸਟਰਗਲ ਨਹੀਂ ਕੀਤੀ, ਅਸੀਂ ਤਾਂ ਆਜ਼ਾਦੀ ਲਈ ਲੜ ਰਹੇ ਸੀ। ਵੋਟ ਤਾਂ ਉਹਦਾ ਬਾਈ ਪ੍ਰੋਡਕਟ ਹੈਗਾ, ਪਰ ਸਾਨੂੰ ਉਸੇ ਵੇਲੇ ਉਹਨੂੰ ਜਦੋਂ ਕਿ ਉਹ ਦੇਸ਼ ਬਹੁਤ ਸਾਲਾਂ ਦੇ ਆਜ਼ਾਦ ਹੋਏ ਸੀਗੇ, ਯਾਨੀ ਕਿ ਉਹਨਾਂ ਦਾ ਬਹੁਤ ਪਾਰਲੀਮੈਂਟਰੀ ਡੈਮੋਕ੍ਰੇਸੀ ਬਹੁਤ ਪਹਿਲਾਂ ਸੀ। ਤੇ ਇੱਦਾਂ ਹੀ ਫਰਾਂਸ 'ਚ ਵੀ ਪਤਾ ਨਹੀਂ ਕਿੰਨੀ ਦੇਰ ਲੱਗ ਗਈ। ਕਦੇ ਕੋਈ ਕਹਿੰਦਾ ਸੀ ਵੀ ਜੇ ਉਹਦੀ ਇਨਕਮ ਹੈਗੀ ਆ ਮੈਨੋਰ ਹੈ ਉਹਦੇ ਕੋਲ ਤਾਂ ਉਹਨੂੰ ਮਿਲੇਗੀ, ਅਗਰ ਇਨਕਮ ਟੈਕਸ ਦਿੰਦਾ ਤਾਂ ਉਹਨੂੰ ਮਿਲੇਗੀ। ਸੋ ਇੱਦਾਂ ਦੀਆਂ ਰਿਸਟ੍ਰਿਕਸ਼ਨ ਸੀਗੀਆਂ, ਸਾਨੂੰ ਮਿਲੀ ਹੈ। ਇਹ ਬਹੁਤ ਇਹ ਵੋਟ ਦਾ ਜਿਹੜਾ ਇਹਦਾ ਸਹੀ ਪ੍ਰਯੋਗ ਕਰੋ। ਇਹ ਜਿਹੜੀ ਸ਼ਰਾਬ ਹੈ, ਇਹ ਜਿਹੜੇ ਨਸ਼ੇ ਨੇ, ਇਹ ਜਾਂ ਪੈਸਾ ਹੈਗਾ, ਇਹਦੇ ਤੋਂ ਬਚੋ। ਜਿੱਦਾਂ ਆਪਾਂ ਕਿਸੇ ਨਸ਼ੇੜੀ ਦੇ ਨਾਲ ਆਪਣੀ ਭੈਣ ਦਾ, ਆਪਣੇ ਬੇਟੀ ਦਾ ਆਪਾਂ ਰਿਸ਼ਤਾ ਨਹੀਂ ਕਰਦੇ, ਉਹਦੇ ਨਾਲ ਰਿਸ਼ਤਾ ਨਹੀਂ ਜੋੜਦੇ। ਸੋ ਭਰਾਵੋ, ਜਿਹੜਾ ਤੁਹਾਡੇ ਘਰੇ ਦਾਰੂ ਦੀਆਂ ਪੇਟੀਆਂ ਰੱਖ ਕੇ ਜਾਂਦਾ ਹੈ, ਜਿਹੜਾ ਨਸ਼ੇ ਵੰਡ ਰਿਹਾ, ਭੁੱਕੀਆਂ ਵੰਡ ਰਿਹਾ ਹੈ, ਜਿਹੜਾ ਤੁਹਾਨੂੰ ਨਜਾਇਜ਼ ਕਮਾਇਆ ਹੋਇਆ ਪੈਸਾ ਵੰਡ ਰਿਹਾ ਹੈ, ਇਹ ਤੋਂ ਬਚੋ। ਇਹ ਪੈਸਾ ਕਿਤੇ ਨਾ ਕਿਤੇ ਅੱਗੇ ਤੁਹਾਡੇ ਦੁੱਗਣਾ ਹੋ ਕੇ ਨਿਕਲੇਗਾ, ਇਹ ਤੋਂ ਬਚੋ। ਉਸ ਤੋਂ ਬਾਅਦ ਤੁਸੀਂ ਜਿਸ ਨੂੰ ਵੀ ਵਧੀਆ ਤੁਹਾਨੂੰ ਕੈਂਡੀਡੇਟ ਲੱਗਦਾ, ਤੁਹਾਡਾ ਹਲਕੇ ਦਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਦਿਆਨਤਦਾਰ ਹੋਵੇ, ਉਹਦਾ ਪਿਛਲਾ ਜ਼ਰੂਰ ਦੇਖੋ ਵੀ ਪਿੱਛੇ ਉਹਨੇ ਕੋਈ ਕੰਮ ਕੀਤਾ ਲੋਕ ਭਲਾਈ ਦਾ, ਕੀ ਲੋਕਾਂ 'ਚ ਖੜਾ ਹੈ, ਕੀ ਲੋਕਾਂ ਦੀਆਂ ਗੱਲਾਂ ਕੀਤੀਆਂ ਨੇ ਉਹਨੇ, ਜਾਂ ਅੱਜ ਹੱਥ ਬੰਨ੍ਹਣ ਵਾਲਾ ਆ ਗਿਆ ਤੇ ਵੀ ਸਿਰਫ ਹੱਥ ਬੰਨ੍ਹਿਆ, ਅੱਗੇ ਉਹਨੂੰ ਕੁਝ ਪਤਾ ਨਹੀਂ, ਉਹਨੂੰ ਵੋਟ ਨਾ ਪਾਈਓ। ਬਸ ਇੰਨੀਆਂ ਕੁ ਬੇਨਤੀਆਂ ਨੇ ਪੰਜਾਬ ਦੇ ਲੋਕਾਂ ਨੂੰ। ਬਾਕੀ ਵੱਧ ਤੋਂ ਵੱਧ ਚੜ੍ਹ ਕੇ ਆਪਾਂ ਵੱਧ ਚੜ੍ਹ ਕੇ ਜਿਹੜੀਆਂ 20 ਤਰੀਕ ਨੂੰ ਪੋਲਿੰਗ ਕਰਨੀ ਹੈ, ਜਿਹੜੀ ਲੋਕ ਰਾਜ ਦੇ ਹੱਥ ਨੇ ਜਿਹੜੇ ਉਹ ਮਜ਼ਬੂਤ ਕਰਨੇ, ਫਾਸੀਵਾਦ ਤਾਕਤਾਂ ਨੂੰ ਆਪਾਂ ਨੇ ਹਰਾਣਾ ਹੈ। ਧੰਨਵਾਦ ਜੀ। ਸੋ ਸੰਯੁਕਤ ਸਮਾਜ ਮੋਰਚੇ ਦੇ ਜੋ ਹਲਕਾ ਸ਼ਤਰਾਣਾ ਤੋਂ ਉਮੀਦਵਾਰ ਨੇ ਸਰਦਾਰ ਅਮਰਜੀਤ ਸਿੰਘ ਘੱਗਾ ਜੀ, ਉਹਨਾਂ ਨੇ ਵਿਸਥਾਰਪੂਰਵਕ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਹਲਕਾ ਸ਼ਤਰਾਣਾ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੇ ਨੇ। ਅਤੇ ਉਹਨਾਂ ਨੇ ਦੱਸਿਆ ਵੀ ਹਲਕੇ ਸ਼ਤਰਾਣੇ ਜੋ ਮੇਨ ਸਮੱਸਿਆਵਾਂ ਨੇ ਉਹ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਹੱਲ ਕਰਾਉਣਗੇ। ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਹਲਕਾ ਲੁਧਿਆਣਾ ਪੱਛਮੀ ਦੀ ਬੇਦਾਗ ਸ਼ਖਸੀਅਤ, ਸਾਫ਼ ਕਿਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਇਸ ਵਾਰ ਹਲਕਾ ਲੁਧਿਆਣਾ ਪੱਛਮੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਆਪਣਾ ਕੀਮਤੀ ਵੋਟ ਪਾਓ। ਹਲਕਾ ਪੱਛਮੀ ਦਾ ਵਿਕਾਸ ਕਰਵਾਓ, ਅਕਾਲੀ ਬਸਪਾ ਸਰਕਾਰ ਲਿਆਓ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।